ਜਨ ਨਾਨਕ ਕੰਤ ਰੰਗੀਲਾ ਪਾਇਆ, ਫਿਰ ਦੁੱਖ ਨਾ ਲਾਗੇ ਆਏ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਜਦੋਂ ਖੁਸ਼ੀਆਂ ਦਾ ਘਰ ਪਿਆਰਾ ਪ੍ਰਭੂ ਮਿਲ ਪੈਂਦਾ ਹੈ, ਜਨ ਨਾਨਕ ਕੰਤ ਰੰਗੀਲਾ ਪਾਇਆ, ਜਦੋਂ ਇਹ ਪਿਆਰਾ ਪ੍ਰਭੂ ਮੈਨੂੰ ਮਿਲ ਪੈਂਦਾ ਹੈ, ਫਿਰ ਦੁੱਖ ਨਾ ਲਾਗੇ ਆਏ। ਤਦੋਂ ਮੁੜ ਕੋਈ ਦੁੱਖ ਤਕਲੀਫ ਨਹੀਂ ਟੁੱਟਦੀ। ਕਿ ਜਦੋਂ ਸੱਚੇ ਪਾਤਸ਼ਾਹ ਜੀ ਮੈਨੂੰ ਆਪਣੀ ਸ਼ਰਨ ਵਿੱਚ ਲੈ ਲੈਂਦੇ ਹਨ, ਅਸੀਂ ਉਸ ਪ੍ਰਭੂ ਦਾ ਆਸਰਾ ਲੈਂਦੇ ਹਾਂ, ਉਦੋਂ ਸਾਨੂੰ ਕੋਈ ਦੁੱਖ ਤਕਲੀਫ ਨਹੀਂ ਹੁੰਦੀ। ਇਸ ਕਰਕੇ ਹੇ ਮਨੁੱਖ, ਤੂੰ ਕਿਹੜੀਆਂ ਸੋਚਾਂ ਵਿੱਚ ਪਿਆ ਹੈ? ਤੂੰ ਕੀ ਸੋਚਦਾ ਰਹਿੰਦਾ ਹੈ? ਕਿਹੜੀਆਂ ਜੁਗਤਾਂ ਤੂੰ ਆਪਣੇ ਚਿੱਤਵਦਾ ਰਹਿੰਦਾ ਹੈ? ਕੀ ਵਿਚਾਰਦਾ ਰਹਿੰਦਾ ਹੈ? ਤੈਨੂੰ ਕਿਸ ਗੱਲ ਦੀ ਟੈਨਸ਼ਨ ਹੈ? ਤੇਰਾ ਪਰਵਰਦਿਗਾਰ, ਤੇਰਾ ਪਾਰ ਬ੍ਰਹਮ ਪਰਮੇਸ਼ਵਰ ਆਪ ਤੇਰੇ ਨਾਲ ਹੈ। ਉਹ ਤੇਰੇ ਅੰਗ ਸੰਗ ਸਹਾਈ ਹੈ। ਤੈਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਹੋਣੀ ਚਾਹੀਦੀ। ਉਹ ਤੇਰਾ ਖਿਆਲ ਰੱਖਣ ਵਾਲਾ ਹਮੇਸ਼ਾ ਤੇਰੇ ਨਾਲ ਹੈ। ਮਲਾਰ ਮਹੱਲਾ ਪੰਜਵਾਂ। ਖੀਰ ਆਧਾਰ ਬਾਰਿਕ ਜਬ ਹੋਤਾ, ਬਿਨ ਖੀਰੇ ਰਹਿਣ ਨਾ ਜਾਈ। ਜਦੋਂ ਛੋਟਾ ਜਿਹਾ ਬੱਚਾ ਦੁੱਧ ਦੇ ਆਸਰੇ ਹੀ ਹੁੰਦਾ ਹੈ, ਖੀਰ ਆਧਾਰ ਦੁੱਧ ਦੇ ਆਸਰੇ ਹੀ ਹੁੰਦਾ ਹੈ। ਬਾਰਿਕ ਛੋਟਾ ਬੱਚਾ, ਬਾਰਿਕ ਜਬ ਹੋਤਾ ਜਦੋਂ ਬੱਚਾ ਛੋਟਾ ਹੈ, ਉਸਨੂੰ ਸਿਰਫ ਦੁੱਧ ਦਾ ਹੀ ਇੱਕ ਆਸਰਾ ਹੁੰਦਾ ਹੈ। ਬਿਨ ਖੀਰੇ ਰਹਿਣ ਨਾ ਜਾਈ, ਉਹ ਦੁੱਧ ਤੋਂ ਬਗੈਰ ਬਿਲਕੁਲ ਨਹੀਂ ਰਹਿ ਸਕਦਾ। ਸਾਰ ਸਮਾਲ ਮਾਤਾ ਮੁਖ ਨੀਰੈ, ਤਬ ਉਹ ਤ੍ਰਿਪਤ ਅਗਾਈ। ਉਸਦੀ ਸੰਭਾਲ ਕਰਨ ਵਾਲੀ ਮਾਂ ਜਦੋਂ ਉਸਦੇ ਮੂੰਹ ਵਿੱਚ ਦੁੱਧ ਦਿੰਦੀ ਹੈ, ਜਦੋਂ ਉਸਦੇ ਮੂੰਹ ਵਿੱਚ ਦੁੱਧ ਪਾਉਂਦੀ ਹੈ, ਤਬ ਉਹ ਤ੍ਰਿਪਤ ਅਗਾਈ, ਤਦ ਉਹ ਰਜੇਵਾਂ ਮਹਿਸੂਸ ਕਰਦਾ ਹੈ, ਤਦ ਹੀ ਉਹ ਰੱਜਦਾ ਹੈ। ਉਸਨੂੰ ਤਸੱਲੀ ਹੋ ਜਾਂਦੀ ਹੈ, ਉਸਦੀ ਭੁੱਖ ਦੂਰ ਹੋ ਜਾਂਦੀ ਹੈ। ਕਿਉਂਕਿ ਉਹ ਛੋਟਾ ਬੱਚਾ, ਉਸਨੂੰ ਤਾਂ ਸਿਰਫ ਇੱਕ ਦੁੱਧ ਦੀ ਲੋੜ ਹੈ, ਉਸਨੂੰ ਹੋਰ ਉਸ ਟਾਈਮ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ। ਅਤੇ ਜਦੋਂ ਉਸਦੀ ਮਾਂ ਉਸਨੂੰ ਦੁੱਧ ਦੇ ਦਿੰਦੀ ਹੈ ਤਾਂ ਉਹ ਤ੍ਰਿਪਤ ਹੋ ਜਾਂਦਾ ਹੈ। ਹਮ ਬਾਰਿਕ ਪਿਤਾ ਪ੍ਰਭ ਦਾਤਾ, ਹੇ ਦਾਤਾ ਪ੍ਰਭੂ, ਅਸੀਂ ਵੀ ਤੇਰੇ ਬੱਚੇ ਹੀ ਹਾਂ। ਹਮ ਬਾਰਿਕ, ਅਸੀਂ ਵੀ ਤੇਰੇ ਬੱਚੇ ਹੀ ਹਾਂ। ਪਿਤਾ ਪ੍ਰਭ ਦਾਤਾ, ਤੂੰ ਸਾਡਾ ਪਿਤਾ ਹੈ। ਭੂਲੇ ਬਾਰਿਕ ਅਨਿਕ ਲਖ ਬਰੀਆ, ਅਨ ਠੋਰ ਨਾਹੀ ਜੈ ਜਾਤਾ। ਭਾਵੇਂ ਬੱਚਾ ਅਨੇਕਾਂ ਵਾਰੀ, ਲੱਖਾਂ ਵਾਰੀ ਗਲਤੀਆਂ ਕਰਦਾ ਹੈ, ਭੂਲੇ ਬਾਰਿਕ ਅਨੇਕਾਂ ਭੁੱਲਾਂ ਚੁੱਕਾਂ ਕਰਦਾ ਹੈ, ਅਨਿਕ ਲਖ ਬਰੀਆ ਲੱਖਾਂ ਵਾਰੀ ਗਲਤੀਆਂ ਕਰਦਾ ਹੈ, ਅਨ ਠੋਰ ਨਾਹੀ ਜੈ ਜਾਤਾ, ਪਰ ਉਸਦਾ ਠੋਰ ਠਿਕਾਣਾ ਉਹ ਆਪਣੇ ਪਿਤਾ ਪ੍ਰਭੂ ਤੋਂ ਇਲਾਵਾ ਆਪਣੇ ਪਿਤਾ ਕੋਲ ਹੀ ਜਾਂਦਾ ਹੈ ਨਾ। ਚਾਹੇ ਉਹ ਜਿੰਨੀਆਂ ਮਰਜ਼ੀ ਗਲਤੀਆਂ ਕਰਦਾ ਹੈ, ਉਸਦੇ ਪਿਤਾ ਤੋਂ ਇਲਾਵਾ, ਉਸਦਾ ਮਾਂ ਬਾਪ ਤੋਂ ਇਲਾਵਾ ਉਸਦਾ ਕੋਈ ਟਿਕਾਣਾ ਨਹੀਂ, ਉਹ ਹੋਰ ਕਿਤੇ ਨਹੀਂ ਜਾ ਸਕਦਾ। ਰਹਾਓ। ਚੰਚਲ ਮਤ ਬਾਰਿਕ ਬਪੁਰੇ ਕੀ, ਸਰਬ ਅਗਨ ਕਰ ਮੇਲੈ। ਚੰਚਲ, ਵਿਚਾਰੇ ਬੱਚੇ ਦੀ ਮੱਤ ਇਤਨੀ ਚੰਚਲ ਹੁੰਦੀ ਹੈ, ਇਤਨੀ ਸ਼ੌਕ ਹੁੰਦੀ ਹੈ ਕਿ ਉਹ ਆਪਣੇ ਜਦੋਂ ਮਾਪਿਆਂ ਦੀ ਗੈਰ ਹਾਜ਼ਰੀ ਵਿੱਚ, ਚੰਚਲ ਮਤ ਬਾਰਿਕ ਬਪੁਰੇ ਕੀ, ਸਰਪ ਅਗਨ ਕਰ ਮੇਲੈ। ਸਰਪ ਸੱਪ, ਅਗਨ ਅੱਗ, ਸੱਪ ਤੇ ਅੱਗ ਨੂੰ ਵੀ ਹੱਥ ਪਾ ਦਿੰਦਾ ਹੈ। ਉਸਨੂੰ ਉਸਦੀ ਇੰਨੀ ਸੋਚ ਹਜੇ ਨਹੀਂ ਹੁੰਦੀ, ਉਹ ਇਤਨਾ ਸਮਝਦਾਰ ਉਦੋਂ ਨਹੀਂ ਹੁੰਦਾ। ਉਹ ਅਗਰ ਉਸਦੇ ਮਾਂ-ਬਾਪ ਗੈਰ ਹਾਜ਼ਰ ਹਨ, ਉਹ ਤਾਂ ਸੱਪ ਨੂੰ ਵੀ ਫੜ ਲਏਗਾ, ਉਹ ਤਾਂ ਅੱਗ 'ਚ ਵੀ ਹੱਥ ਪਾ ਦੇਗਾ। ਮਾਤਾ ਪਿਤਾ ਕੰਠ ਲਾਏ ਰਾਖੇ, ਅਨੰਤ ਸਹਿਜ ਤਬ ਖੇਲੈ। ਜਦੋਂ ਉਸਦੇ ਮਾਂ-ਬਾਪ ਉਸਨੂੰ ਪਿਆਰ ਦਿੰਦੇ ਹੋਏ ਉਸਦਾ ਧਿਆਨ ਰੱਖਦੇ ਹਨ, ਮਾਤਾ ਪਿਤਾ ਕੰਠ ਲਾਏ ਰਾਖੇ, ਉਸਦੇ ਮਾਤਾ ਪਿਤਾ ਉਸਦਾ ਧਿਆਨ ਰੱਖਦੇ ਹਨ, ਉਸਨੂੰ ਗਲ ਨਾਲ ਲਗਾ ਕੇ ਰੱਖਦੇ ਹਨ, ਤਦੋਂ ਉਹ ਆਨੰਦ ਖੁਸ਼ੀ ਨਾਲ ਖੇਡਦਾ ਹੈ। ਅਨੰਤ ਸਹਿਜ ਤਬ ਖੇਲੈ। ਜਿਸਕਾ ਪਿਤਾ ਤੂੰ ਹੈ ਮੇਰੇ ਸੁਆਮੀ, ਤਿਸ ਬਾਰਿਕ ਭੂਖ ਕੈਸੀ। ਹੇ ਮੇਰੇ ਸੁਆਮੀ, ਜਿਸਦਾ ਪਿਤਾ ਤੂੰ ਹੈ, ਉਸ ਬੱਚੇ ਨੂੰ ਕੋਈ ਭੁੱਖ ਨਹੀਂ। ਜਿਸਦਾ ਪਿਤਾ ਤੂੰ ਹੈ ਮੇਰੇ ਸੁਆਮੀ, ਤਿਸ ਬਾਰਿਕ ਭੂਖ ਕੈਸੀ। ਉਸ ਬੱਚੇ ਨੂੰ ਤਾਂ ਕਿਸੇ ਗੱਲ ਦੀ ਕੋਈ ਕਮੀ ਨਹੀਂ, ਜਿਸਦਾ ਪਿਤਾ ਤੂੰ ਹੈ। ਨਵਨਿਤ ਨਾਮ ਨਿਦਾਨ ਗ੍ਰਹਿ ਤੇਰੇ, ਮਨ ਬਾਂਛੇ ਸੋ ਲੈਸੀ।
ਤੇਰੇ ਘਰ ਵਿੱਚ ਤਾਂ ਸੁੱਖਾਂ ਦਾ ਖਜ਼ਾਨਾ ਹੈ। ਨਵਨੀਤ ਨਾਮ, ਸੁੱਖਾਂ ਦਾ ਖਜ਼ਾਨਾ ਨਾਮ ਹੈ। ਜੋ 9 ਖਜ਼ਾਨੇ ਹਨ। ਨਵਨੀਤ ਨਾਮ ਨਿਧਾਨ ਗ੍ਰਹਿ ਤੇਰੇ, ਜੋ 9 ਖਜ਼ਾਨੇ ਹਨ। ਮਨ ਵਾਂਛੇ ਸੋ ਲੈਸੀ, ਜਿਹੋ ਜਿਹੀ ਮਨ ਦੀ ਕਿਸੇ ਦੀ ਮੁਰਾਦ ਹੁੰਦੀ ਹੈ, ਜਿਹੋ ਜਿਹੀ ਕਿਸੇ ਦੀ ਇੱਛਾ ਹੁੰਦੀ ਹੈ, ਉਹ ਕੁਝ ਤੇਤੋਂ ਮਿਲਦਾ ਹੈ। ਅਸੀਂ ਸੱਚੇ ਮਨ ਦੇ ਨਾਲ ਜਦੋਂ ਅਸੀਂ ਪਰਮਾਤਮਾ ਪ੍ਰਭੂ ਨੂੰ ਯਾਦ ਕਰਦੇ ਹਾਂ, ਅਸੀਂ ਉਸ ਨੂੰ ਅਰਜ਼ੋਈ ਕਰਦੇ ਹਾਂ, ਤਾਂ ਪਰਮਾਤਮਾ ਜ਼ਰੂਰ ਸੁਣਦਾ ਹੈ। ਜਿਸ ਦੀ ਜਿਸ ਤਰ੍ਹਾਂ ਦੀ ਮੁਰਾਦ ਹੁੰਦੀ ਹੈ, ਉਸ ਨੂੰ ਉਹ ਜ਼ਰੂਰ ਮਿਲਦਾ ਹੈ। ਪਿਤਾ ਕਿਰਪਾਲ ਆਗਿਆ ਏ ਦੀਨੀ, ਬਾਰਿਕ ਮੁਖ ਮੰਗੇ ਸੋ ਦੇਣਾ। ਕਿਰਪਾਲ ਪਿਤਾ ਪ੍ਰਭੂ ਨੇ ਇਹ ਆਗਿਆ ਕੀਤੀ ਹੈ ਕਿ ਬਾਲਕ ਜੋ ਮੰਗਦਾ ਹੈ ਉਹ ਉਸ ਨੂੰ ਦੇ ਦੇਣਾ ਹੈ। ਉਹ ਬਹੁਤ ਦਿਆਲ ਹੈ, ਪ੍ਰਭੂ ਪਰਮਾਤਮਾ ਬਹੁਤ ਦਿਆਲ ਹੈ। ਹਾਂ, ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਬਹੁਤ ਮੰਗ ਕੇ ਟੁੱਟ ਜਾਂਦੇ ਹਾਂ, ਕਈ ਵਾਰ ਉਹ ਸਾਨੂੰ ਨਹੀਂ ਮਿਲਦਾ। ਸੰਸਾਰ ਦੇ ਕਾਰ ਵਿਹਾਰਾਂ ਦੇ ਵਿੱਚ ਸਾਨੂੰ ਉਹ ਚੀਜ਼ ਨਹੀਂ ਮਿਲਦੀ ਜੋ ਅਸੀਂ ਜੋ ਸਾਨੂੰ ਸਾਡੇ ਲਈ ਬਹੁਤ, ਅਸੀਂ ਸਾਡੇ ਮੁਤਾਬਕ ਬਹੁਤ ਲੋੜਵੰਦ ਹੈ। ਅਸੀਂ ਉਸ ਚੀਜ਼ ਲਈ ਬਹੁਤ ਅਰਜ਼ੋਈ ਕਰਦੇ ਹਾਂ, ਪਰ ਕਈ ਵਾਰ ਉਹ ਚੀਜ਼ ਨਹੀਂ ਮਿਲਦੀ ਸਾਨੂੰ। ਇਸ ਵਿੱਚ ਵੀ ਉਹ ਭਲਾ ਹੀ ਹੈ, ਇਸ ਵਿੱਚ ਉਹ ਪਰਮਾਤਮਾ ਸਾਡਾ ਭਲਾ ਹੀ ਕਰਦਾ ਹੈ। ਕੀ ਪਤਾ ਉਹ ਸਾਡੇ ਦੇ ਲਈ ਉਹ ਅੱਗੇ ਜਾ ਕੇ ਦੁੱਖਾਂ ਦਾ ਕਾਰਨ ਬਣੇ, ਇਸ ਕਰਕੇ ਉਹ ਪਰਮਾਤਮਾ ਉਹ ਚੀਜ਼ ਨਹੀਂ ਮਿਲ ਰਿਹਾ। ਅਸੀਂ ਤਾਂ ਬੱਚੇ ਹਾਂ, ਅਸੀਂ ਤਾਂ ਉਹ ਚੀਜ਼ ਲੈਣ ਦੀ ਜਿੱਦ ਕਰਦੇ ਹਾਂ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ, ਕਿ ਜਾਂ ਸਾਡੇ ਲਈ ਉਹ ਬਹੁਤ ਹੀ ਜ਼ਰੂਰੀ ਹੈ। ਅਸੀਂ ਪਰਮਾਤਮਾ ਅੱਗੇ ਬੇਨਤੀ ਕਰਦੇ ਹਾਂ, ਪਰ ਸਾਨੂੰ ਲੱਗਦਾ ਹੈ ਕਿ ਪਰਮਾਤਮਾ ਸਾਡੀ ਸੁਣਦਾ ਨਹੀਂ, ਸਾਡੀ ਉਹ ਇੱਛਾ ਪੂਰੀ ਨਹੀਂ ਹੁੰਦੀ। ਪਰ ਸਾਨੂੰ ਇਹ ਨਹੀਂ ਪਤਾ ਕਿ ਪਰਮਾਤਮਾ ਦਾ ਸਾਰਿਆਂ ਦਾ ਜਾਨੀ ਜਾਨ ਹੈ, ਉਹ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ। ਸਾਨੂੰ ਆਪਣਾ ਮਨ ਦੁਖੀ ਨਹੀਂ ਕਰਨਾ ਚਾਹੀਦਾ। ਪਰਮਾਤਮਾ ਨੇ ਸਾਡੇ ਲਈ ਚੰਗਾ ਹੀ ਸੋਚ ਕੇ ਰੱਖਿਆ ਹੁੰਦਾ ਹੈ। ਇਹ ਅੱਗੇ ਜਾ ਕੇ ਸਾਨੂੰ ਪਤਾ ਲੱਗਦਾ ਹੈ ਕਿ ਪਰਮਾਤਮਾ ਨੇ ਹੁਣ ਤੱਕ ਜੋ ਵੀ ਸਾਡੇ ਲਈ ਕੀਤਾ ਹੈ, ਜਦੋਂ ਅਸੀਂ ਆਪਣੀ ਪਿਛਲੀ ਜ਼ਿੰਦਗੀ ਵਿੱਚ ਝਾਤ ਮਾਰਦੇ ਹਾਂ, ਤਾਂ ਜਦੋਂ ਅਸੀਂ ਆਪਾਂ ਇੱਕ ਐਨਾਲਿਸਿਸ ਕਰੀਏ, ਇੱਕ ਆਪਾਂ ਦੇਖੀਏ ਕਿ ਅਸੀਂ ਜੋ ਮੰਗਿਆ ਅਤੇ ਜੋ ਪਰਮਾਤਮਾ ਨੇ ਸਾਨੂੰ ਦਿੱਤਾ, ਉਸ ਦੇ ਦੋਨਾਂ ਦੇ ਕੰਪੈਰੀਜ਼ਨ ਵਿੱਚ, ਉਹਨਾਂ ਦਾ ਕੰਪੈਰੀਜ਼ਨ ਅਗਰ ਕਰੀਏ ਤਾਂ ਕਿਹਦਾ ਪਲੜਾ ਭਾਰੀ ਹੋਏਗਾ, ਜੋ ਅਸੀਂ ਮੰਗਿਆ ਜਾਂ ਪਰਮਾਤਮਾ ਨੇ ਸਾਨੂੰ ਦਿੱਤਾ। ਮੇਰੇ ਖੁਦ ਦੇ ਐਕਸਪੀਰੀਅੰਸ ਦੇ ਵਿੱਚ ਤਾਂ ਜੋ ਪਰਮਾਤਮਾ ਨੇ ਦਿੱਤਾ ਉਸ ਦਾ ਪਲੜਾ ਜ਼ਿਆਦਾ ਭਾਰੀ ਹੈ। ਇਸ ਕਰਕੇ ਪਰਮਾਤਮਾ ਦਾ ਸਾਨੂੰ ਹਰ ਸਮੇਂ ਸ਼ੁਕਰਾਨਾ ਕਰਨਾ ਚਾਹੀਦਾ ਹੈ। ਹੇ ਸੱਚੇ ਪਾਤਸ਼ਾਹ ਜੀ, ਸਾਡੀ ਇੰਨੀ ਔਕਾਤ ਨਹੀਂ ਸੀ, ਤੂੰ ਸਾਨੂੰ ਬਹੁਤ ਦਿੱਤਾ ਸੱਚੇ ਪਾਤਸ਼ਾਹ, ਸਾਨੂੰ ਚੰਗੇ ਥਾਂ 'ਤੇ ਰੱਖਿਆ। ਤੇਰਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਸੱਚੇ ਪਾਤਸ਼ਾਹ ਜੀ। ਸਾਡੇ 'ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ। ਉਸੇ ਤਰ੍ਹਾਂ ਇਸ ਸ਼ਬਦ ਵਿੱਚ ਵੀ ਵਿਆਖਿਆ ਕਰਦੇ ਹਨ ਕਿ ਪਿਤਾ ਕਿਰਪਾਲ ਆਗਿਆ ਏ ਦੀਨੀ, ਬਾਰਿਕ ਮੁਖ ਮੰਗੇ ਸੋ ਦੇਣਾ। ਕਿ ਕਿਰਪਾਲ ਪਿਤਾ ਪ੍ਰਭੂ ਨੇ ਇਹ ਆਗਿਆ ਕੀਤੀ ਹੈ ਕਿ ਬਾਲਕ ਜੋ ਮੰਗਦਾ ਹੈ ਉਹ ਉਸ ਨੂੰ ਦੇ ਦੇਣਾ ਹੈ। ਨਾਨਕ ਬਾਰਿਕ ਦਰਸ ਪ੍ਰਭ ਚਾਹੇ। ਗੁਰੂ ਨਾਨਕ ਸਾਹਿਬ ਜੀ ਅਰਜ਼ੋਈ ਕਰਦੇ ਹਨ, ਆਪਣੇ ਆਪ ਨੂੰ ਇੱਕ ਬੱਚੇ ਦੇ ਰੂਪ ਵਿੱਚ ਦਰਸਾਉਂਦੇ ਹਨ ਕਿ ਮੈਂ ਵੀ ਇੱਕ ਬੱਚਾ ਹਾਂ। ਨਾਨਕ ਸਾਹਿਬ ਜੀ ਆਪਣੇ ਆਪ ਨੂੰ ਵੀ ਇੱਕ ਬੱਚੇ ਦੀ ਤਰ੍ਹਾਂ ਦਿਖਾ ਕੇ ਇੱਕ ਅਰਜ਼ੋਈ ਕਰਦੇ ਹਨ ਕਿ ਹੇ ਪ੍ਰਭੂ, ਮੈਂ ਵੀ ਤੇਰਾ ਬੱਚਾ ਹਾਂ, ਮੈਨੂੰ ਕੀ ਚਾਹੀਦਾ ਹੈ। ਨਾਨਕ ਬਾਰਿਕ ਦਰਸ ਪ੍ਰਭ ਚਾਹੇ। ਇਹ ਬੱਚਾ, ਇਹ ਜੋ ਨਾਨਕ ਜੋ ਆਪਣੇ ਆਪ ਨੂੰ ਬੱਚਾ ਦੱਸ ਰਹੇ ਹਨ ਕਿ ਮੈਂ ਵੀ ਇੱਕ ਬੱਚਾ ਹਾਂ, ਮੈਨੂੰ ਤਾਂ ਸਿਰਫ ਤੇਰੇ ਦਰਸ਼ਨ ਹੀ ਚਾਹੀਦੇ ਹਨ। ਦਰਸ਼ਨ ਪ੍ਰਭ ਚਾਹੇ, ਮੋਹੇ ਹਿਰਦੇ ਬਸੇ ਨਿਤ ਚਰਨਾ। ਤੇ ਮੈਂ ਤਾਂ ਕਰਦਾ ਹਾਂ ਕਿ ਮੇਰੇ ਹਿਰਦੇ ਵਿੱਚ ਨਿਤ ਤੇਰੇ ਚਰਨ ਵਸਦੇ ਰਹਿਣ। ਇਹ ਸੱਚੇ ਪਾਤਸ਼ਾਹ ਜੀ, ਮੈਨੂੰ ਵੀ ਇੱਕ ਬੱਚੇ ਦੀ ਤਰ੍ਹਾਂ ਹੀ ਸਮਝੋ। ਮੈਂ ਵੀ ਤੁਹਾਡੇ ਕੋਲੋਂ ਮੰਗਦਾ ਹਾਂ, ਮੈਂ ਤਾਂ ਸਿਰਫ ਤੁਹਾਡੇ ਇੱਕ ਦਰਸ਼ਨਾਂ ਦਾ ਦੀਦਾਰ ਤਾਂਘ ਹੈ ਮੈਨੂੰ, ਔਰ ਮੈਨੂੰ ਇਹ ਇੱਛਾ ਹੈ ਕਿ ਤੁਸੀਂ ਮੇਰੇ ਹਿਰਦੇ ਵਿੱਚ ਹਮੇਸ਼ਾ ਤੁਹਾਡੇ ਚਰਨ ਕਮਲ ਦਾ ਵਾਸ ਮੇਰੇ ਹਿਰਦੇ ਵਿੱਚ ਹਮੇਸ਼ਾ ਹੀ ਬਣਿਆ ਰਹੇ। ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਹੇ ਸੱਚੇ ਪਾਤਸ਼ਾਹ ਜੀ, ਜਿਸ ਦੇ ਸਿਰ ਉੱਤੇ ਤੂੰ ਹੈ
ਉਸ ਨੂੰ ਕਿਸੇ ਕਿਸਮ ਦਾ ਕੋਈ ਵੀ ਦੁੱਖ ਨਹੀਂ ਹੋ ਸਕਦਾ ਸੱਚੇ ਪਾਤਸ਼ਾਹ ਜੀ। ਇਸ ਕਰਕੇ ਆਪਣੀ ਮਿਹਰ ਭਰਿਆ ਹੱਥ ਹਮੇਸ਼ਾ ਸਾਡੇ ਉੱਤੇ ਰੱਖਣਾ ਅਤੇ ਆਪਣੇ ਚਰਨਾਂ ਕਮਲਾਂ ਨਾਲ ਜੋੜੀ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।